ਵੈਲਕਮ ਟੂ ਵਿਦਿਆ ਇੰਗਲਿਸ਼ ਕਲਾਸਿਸ। ਅੱਜ ਅਸੀਂ ਇੱਕ ਹੋਰ ਪੋਇਮ ਕਰਨ ਜਾ ਰਹੇ ਹਾਂ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਪੋਇਮ ਦੀ ਸੀਰੀਜ਼ ਚੱਲ ਰਹੀ ਹੈਗੀ। ਸੋ ਅੱਜ ਦੀ ਜੋ ਪੋਇਮ ਹੈ ਦੈਟ ਪੋਇਮ ਇਜ਼ ਦ ਚਾਰਜ ਆਫ ਲਾਈਟ ਬ੍ਰਿਗੇਡ। ਦ ਚਾਰਜ ਆਫ ਦ ਲਾਈਟ ਬ੍ਰਿਗੇਡ। ਸੋ ਇਹ ਪੋਇਮ ਲਿਖੀ ਹੈਗੀ ਲਾਰਡ ਐਲਫਰਡ ਟੈਨੀਸਨ ਨੇ। ਲਾਰਡ ਐਲਫਰਡ ਟੈਨੀਸਨ, ਇਹ ਬੰਦਾ ਕੌਣ ਸੀਗਾ? ਇਹ ਇੱਕ ਪੋਇਟ ਲੌਰੀਏਟ ਆਫ ਇੰਗਲੈਂਡ ਸੀਗਾ। ਪੋਇਟ ਲੌਰੀਏਟ ਕੌਣ ਹੁੰਦਾ ਹੈਗਾ? ਜਿਹੜਾ ਕਿ ਇੱਕ ਬਹੁਤ ਹੀ ਪਹੁੰਚਿਆ ਹੋਇਆ, ਇੱਕ ਬਹੁਤ ਹੀ ਐਕਲੇਮਡ, ਜਾਣਿਆ ਮਾਣਿਆ ਇੱਕ ਰਾਈਟਰ ਹੋਵੇ। ਠੀਕ ਹੈ ਜੀ। ਇਹ ਇੱਕ ਪੋਇਟ ਸੀਗਾ ਇਹ, ਔਰ ਇੱਕ ਜਾਣੀ ਮਾਣੀ ਸ਼ਖਸੀਅਤ, ਇੱਕ ਪੋਇਟ, ਇੱਕ ਨੋਵਲਿਸਟ ਸੀਗਾ ਜੋ ਵਿਕਟੋਰੀਅਨ ਏਜ ਸੀ, ਮਤਲਬ 19th ਸੈਂਚੁਰੀ 1836 ਤੋਂ ਲੈ ਕੇ 1901 ਤੱਕ, ਜਿਹਨੂੰ ਵਿਕਟੋਰੀਅਨ ਏਜ ਕਹਿੰਦੇ ਨੇ। ਉਸ ਏਜ ਨੂੰ ਟੈਨੀਸਨ ਦੀ ਏਜ ਦੇ ਨਾਲ ਵੀ, ਟੈਨੀਸਨ ਦੇ ਪੀਰੀਅਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਕਿਉਂਕਿ ਇਸ ਬੰਦੇ ਨੇ ਲਿਖਿਆ ਹੀ ਬੜਾ ਸ਼ਾਨਦਾਰ ਸੀ। ਸੋ ਜੋ ਪ੍ਰੈਜ਼ੈਂਟ ਪੋਇਮ ਹੈ ਦ ਚਾਰਜ ਆਫ ਦ ਲਾਈਟ ਬ੍ਰਿਗੇਡ, ਇਹ ਪੋਇਮ ਅਸਲ ਦੇ ਵਿੱਚ ਬ੍ਰਿਟਿਸ਼ ਸੋਲਜਰ ਕਿਵੇਂ ਬਹਾਦਰੀ ਦੇ ਨਾਲ ਲੜੇ ਸੀਗੇ ਕ੍ਰੀਮੀਅਨ ਵਾਰ ਦੇ ਵਿੱਚ ਕੋਸੈਕ ਤੇ ਰਸ਼ੀਆ ਦੇ ਵਿਰੁੱਧ, ਉਹਦੀ ਗਾਥਾ ਸੁਣਾਈ ਹੋਈ ਹੈਗੀ। ਇਹਨਾਂ ਇੰਗਲੈਂਡ ਦੇ ਸੋਲਜਰ ਦੀ ਪ੍ਰੇਜ਼ ਕੀਤੀ ਹੋਈ ਹੈਗੀ ਕਿ ਕਿਵੇਂ ਕਿੰਨੀ ਬਹਾਦਰੀ ਦੇ ਨਾਲ, ਥੋੜ੍ਹੇ ਜਿਹੇ ਹੋਣ ਦੇ ਬਾਵਜੂਦ ਵੀ ਇਹ ਕਿੰਨੀ ਬਹਾਦਰੀਆਂ ਲੜਿਆ ਤੇ ਆਪਣੀ ਜ਼ਿੰਦਗੀਆਂ ਨਿਸ਼ਾਵਰ ਕਰਤੀਆਂ, ਵਾਰਤੀਆਂ। ਪੋਇਮ ਦੇ ਵਿੱਚ ਥੋੜ੍ਹੀ ਜਿਹੀ ਐਲਜਿਕ ਫਾਰਮ ਦੇ ਵਿੱਚ ਵੀ ਹੈਗੀ। ਐਲਜੀ ਮਤਲਬ ਥੋੜ੍ਹਾ ਜਿਹਾ ਅਫਸੋਸ ਕੀਤਾ ਹੋਇਆ ਇਹਦੇ ਵਿੱਚ। ਕਿਸ ਚੀਜ਼ ਦਾ ਅਫਸੋਸ ਹੈ? ਕਿ ਕਿਵੇਂ ਅਸੀਂ ਕੁਛ ਕੁ ਲੀਡਰਸ ਦੀ ਗਲਤੀ ਕਰਕੇ ਪੂਰੇ ਦੇਸ਼ ਨੂੰ, ਦੇਸ਼ ਦੇ ਲੋਕਾਂ ਨੂੰ, ਇੱਥੋਂ ਤੱਕ ਕਿ ਸੋਲਜਰ ਸਿਪਾਹੀਆਂ ਨੂੰ ਵੀ ਹਰਜਾਨਾ ਭੁਗਤਣਾ ਪੈਂਦਾ ਹੈਗਾ। ਠੀਕ ਹੈ ਜੀ। ਪਰ ਜਿਹੜੇ ਪੋਇਮ ਹੈ, ਮੇਨਲੀ ਗੱਲ ਕਰੀਏ ਤਾਂ ਇਹ ਉਹਨਾਂ ਬਹਾਦਰ ਸੋਲਜਰਸ ਦੀ ਜੋ ਉਹਨਾਂ ਨੇ ਕਾਰਨਾਮਾ ਕੀਤਾ ਹੈ, ਉਹਨੂੰ ਗਲੋਰੀਫਾਈ ਕੀਤਾ ਹੋਇਆ ਹੈਗਾ, ਉਹਦੀ ਸ਼ਾਨ ਦੇ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕੀਤੀ। ਸੋ ਪੋਇਮ ਆਪਾਂ ਹੁਣ ਸਟਾਰਟ ਕਰਦੇ ਹਾਂ। ਪੋਇਮ ਸਿੰਪਲ ਲੈਂਗੁਏਜ ਦੇ ਵਿੱਚ ਹੈ, ਈਜ਼ੀਲੀ ਸਾਨੂੰ ਸਮਝ ਵੀ ਆ ਜਾਏ ਕੀ ਕਿਹਾ ਹੋਇਆ ਪੋਇਮ ਦੇ ਵਿੱਚ। ਸਟਾਰਟ ਕਰਦੇ ਹਾਂ ਆਪਾਂ। ਹਾਫ ਆ ਲੀਗ, ਹਾਫ ਆ ਲੀਗ, ਹਾਫ ਆ ਲੀਗ onward, all in the valley of death rode the 600। ਸੋ ਤੁਸੀਂ ਨੋਟ ਕੀਤਾ ਹੋਣਾਗਾ ਇੱਥੇ ਹਾਫ ਆ ਲੀਗ 3 ਵਾਰੀ ਆਇਆ। ਹਾਫ ਆ ਲੀਗ, ਹਾਫ ਆ ਲੀਗ, ਹਾਫ ਆ ਲੀਗ। ਇਹ ਸਿਰਫ ਤਾਂ ਆਇਆ ਹੋਇਆ ਹੈਗਾ ਤਾਂ ਕਿ ਸਾਨੂੰ ਪਤਾ ਲੱਗ ਸਕੇਗੇ ਵੀ ਇਹ ਕੀ ਹੈਗਾ। ਦੂਸਰੀ ਗੱਲ, ਪੋਇਟਿਕ ਰਿਦਮ ਦੇ ਲਈ ਵੀ ਇਹ ਚੀਜ਼ ਯੂਜ਼ ਕੀਤੀ ਹੋਈ ਹੈ। ਇੱਥੇ ਹਾਫ ਆ ਲੀਗ ਦੇਖੋ ਨਾ, ਇੱਕ ਲੀਗ ਕੀ ਹੁੰਦਾ ਵੈਸੇ? ਲੀਗ ਨਾ 3 ਮੀਲ ਦੇ ਡਿਸਟੈਂਸ ਨੂੰ ਕਹਿੰਦੇ ਨੇਗੇ। ਲੀਗ 3 ਮੀਲ ਦੇ ਡਿਸਟੈਂਸ ਨੂੰ ਮਾਪਣ ਦੇ ਲਈ ਇਹ ਵਰਡ ਯੂਜ਼ ਕੀਤਾ ਜਾਂਦਾ ਹੈਗਾ। ਤੇ ਹਾਫ ਆ ਲੀਗ ਦਾ ਮਤਲਬ ਕੀ ਹੋ ਗਿਆ ਕਿ 1.5 ਮੀਲ ਦੀ ਦੂਰੀ ਦੇ ਉੱਪਰ, all in the valley of death, sorry, ਹਾਫ ਆ ਲੀਗ onward, ਕਿ ਅੱਗੇ ਵਧੋ ਕਿਹਾ ਜਾ ਰਿਹਾ, ਕੋਈ ਕਹਿ ਰਿਹਾ ਹੈਗਾ ਅੱਗੇ ਵਧੋ, 1.5 ਮੀਲ ਅੱਗੇ ਵਧਣਾ ਹੈਗਾ। all in the valley of death, ਕਿੱਥੇ ਜਾਣਾ ਹੈਗਾ? ਉੱਥੇ ਵਧਣਾ ਜਿਸ ਨੂੰ ਕਿ ਹੁਣ ਮੌਤ ਦੀ ਖਾਈ ਕਿਹਾ ਜਾ ਰਿਹਾ ਹੈਗਾ। ਮਤਲਬ ਕੀ ਆ? ਉੱਥੇ ਜਾਣਾ, 1.5 ਮੀਲ ਅੱਗੇ ਜਾਣਾ, ਮਤਲਬ ਸ਼ੇਰ ਦੇ ਮੂੰਹ ਦੇ ਵਿੱਚ ਹੱਥ ਪਾਉਣਾ ਹੈ ਜਾਂ ਮੌਤ ਦੇ ਵਿੱਚ ਖੁਦ ਡਿੱਗਣਾ ਹੈ। ਖੈਰ, ਰੋਡ ਦਾ 600 ਜਿਹੜੇ ਬੰਦੇ ਨੇਗੇ, 600 ਜਾਣੇ ਉਸ ਮੌਤ ਦੀ ਖਾਈ ਦੇ ਵਿੱਚ ਅੱਗੇ ਵੱਧ ਰਹੇ ਨੇ। ਫਾਰਵਰਡ ਦਾ ਲਾਈਟ ਬ੍ਰਿਗੇਡ, ਹੁਣ ਪਤਾ ਲੱਗ ਰਿਹਾ ਹੈਗਾ ਵੀ ਇਹ ਫਾਰਵਰਡ, ਅੱਗੇ ਵਧੋ ਲਾਈਟ ਬ੍ਰਿਗੇਡ। ਲਾਈਟ ਬ੍ਰਿਗੇਡ ਕਿਹਨਾਂ ਨੂੰ ਕਿਹਾ ਹੋਇਆ ਹੈਗਾ? ਇੱਥੇ ਜੋ ਇੰਗਲੈਂਡ ਜਾਂ ਇੰਗਲੈਂਡ ਦੇ ਸਾਈਡ ਜਿਹੜੀਆਂ ਫੌਜੀਆਂ ਦੀਆਂ ਟੋਲੀਆਂ ਲੜ ਰਹੀਆਂ ਸੀ, ਉਹਨਾਂ ਨੂੰ ਲਾਈਟ ਬ੍ਰਿਗੇਡ ਕਿਹਾ ਹੋਇਆ ਹੈਗਾ ਇੱਥੇ। ਸੋ ਫਾਰਵਰਡ ਦਾ ਲਾਈਟ ਬ੍ਰਿਗੇਡ, ਅੱਗੇ ਵਧੋ, ਇਹ ਕਮਾਂਡ ਕੀਤੀ ਜਾ ਰਹੀ ਹੈ। ਚਾਰਜ ਫॉर द ਗਨਸ, ਹੀ ਸੈਡ। ਹੀ ਇੱਥੇ ਕੌਣ ਹੈਗਾ? ਹੀ ਇੱਥੇ ਕੋਈ ਨਾ ਕੋਈ ਕਮਾਂਡਰ ਹੋਣਾ ਹੈਗਾ ਜਾਂ ਫੌਜੀਆਂ ਦਾ ਜੋ ਹੈਡ ਹੈ ਉਹ ਹੋਣਾ ਹੈਗਾ। ਉਹ ਕੀ ਕਹੇ? ਅੱਗੇ ਵਧੋ। ਚਾਰਜ ਫॉर द ਗਨਸ, ਉਹਨਾਂ ਦੇ ਹਥਿਆਰਾਂ ਨੂੰ ਜ਼ਬਤ ਕਰਨ ਲਈ ਅੱਗੇ ਵਧੋ। ਇਨਟੂ ਦ ਵੈਲੀ ਆਫ ਡੈਥ ਰੋਡ ਦਾ 600। ਸੋ 600 ਬੰਦਾ ਉਸ ਮੌਤ ਦੀ ਖਾਈ ਦੇ ਵਿੱਚ ਬਿਨਾਂ ਕੋਈ ਸੋਚਿਆ ਸਮਝਿਆ ਸਿੱਧਾ ਅੱਗੇ ਵੱਧ ਗਏ। ਉਹਨਾਂ ਨੂੰ ਪਤਾ ਹੋਵੇਗਾ ਵੈਸੇ ਕਿ ਵੀ ਹਾਂ ਅਸੀਂ ਮੌਤ ਨੂੰ ਦਾਵਤ ਦੇਣ ਜਾ ਰਹੇ ਹਾਂ ਜੀ, ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਹਾਂ ਅਸੀਂ, ਪਰ ਉਹ ਲਾਇਲ ਨੇ,
ਆਗਿਆਕਾਰੀ ਨੇ, ਉਹ ਓਨੈਸਟ ਨੇਗੇ, ਆਪਣੇ ਦੇਸ਼ ਪ੍ਰਤੀ ਜੋ ਪਿਆਰ ਹੈ ਉਹਦੇ ਲਈ ਉਹ ਆਪਣੀ ਜਾਨਾਂ ਨੂੰ ਵਾਰਨ ਲਈ ਤਿਆਰ ਨੇਗੇ, ਇਸ ਲਈ ਉਹ ਅੱਗੇ ਵਧ ਰਹੇ। ਨੈਕਸਟ ਸਟੈਂਜ਼ਾ, ਫਾਰਵਰਡ ਦਾ ਲਾਈਟ ਬ੍ਰਿਗੇਡ, ਅੱਗੇ ਵਧੋ ਜਵਾਨੋ, ਲਾਈਟ ਬ੍ਰਿਗੇਡ ਅੱਗੇ ਵਧੋ। ਮੈਂ ਤੁਹਾਨੂੰ ਇੱਕ ਦੱਸਦਾ ਮੈਂ ਹਿਸਟਰੀ ਦੀ ਗੱਲ, ਜਦੋਂ ਇਹ ਲੜਾਈ ਹੋ ਰਹੀ ਸੀ ਕ੍ਰੀਮੀਅਨ ਵਾਰ, ਤਾਂ ਜਦੋਂ ਪਤਾ ਲੱਗਿਆ ਕਿ ਜਿਹੜੇ ਕੋਸੈਕ ਤੇ ਰਸ਼ੀਅਨ ਟੋਲੀਆਂ ਨੇ ਹਥਿਆਰਾਂ ਨੂੰ ਜ਼ਬਤ ਕਰ ਲਿਆ ਗਿਆ ਇੰਗਲੈਂਡ ਵਾਲਿਆਂ ਦੇ, ਤਾਂ ਇੰਗਲੈਂਡ ਦੇ ਨਾਲ ਜਿਹੜੇ ਸਾਥੀ ਟੋਲੀਆਂ ਸੀਗੀਆਂ ਉਹ ਨਾ ਪਿੱਛੇ ਹਟ ਗਈਆਂ ਸੀਗੀਆਂ। ਉਹ ਕਹਿੰਦੇ ਵੀ ਅਸੀਂ ਨਹੀਂ ਜਾਂਦੇ, ਤਾਂ ਸਿਰਫ ਇੰਗਲੈਂਡ ਦੇ ਜਿਹੜੇ ਸਿਪਾਹੀ ਸੀ 600 ਹੀ ਰਹਿ ਗਏ ਸੀਗੇ, ਸਿਰਫ ਉਹ ਫਿਰ ਅੱਗੇ ਵਧੇ ਸੀਗੇ। ਤਾਂ ਹੀ ਉੱਥੇ 600 ਲਾਈਟ ਬ੍ਰਿਗੇਡ ਕਿਹਾ ਹੋਇਆ, ਇੰਗਲੈਂਡ ਦੇ ਸਿਪਾਹੀਆਂ ਨੂੰ, ਸੋਲਜਰ ਨੂੰ ਕਿਹਾ ਹੋਇਆ। ਸੈਕਿੰਡ ਸਟੈਂਜ਼ਾ ਦੀ ਫਰਸਟ ਲਾਈਨ ਕੀ ਕਹਿ ਰਿਹਾ, ਫਾਰਵਰਡ ਦਾ ਲਾਈਟ ਬ੍ਰਿਗੇਡ, ਅੱਗੇ ਵਧੋ ਜਵਾਨੋ, ਵਾਸ ਦੇਅਰ ਅ ਮੈਨ ਡਿਸਮੇਡ, ਕਿਸੇ ਬੰਦੇ ਦੇ ਮਨ ਦੇ ਵਿੱਚ ਇਹ ਆਇਆ ਹੋਊਗਾ ਵੀ ਅਸੀਂ ਕੀ ਕਰਨ ਜਾ ਰਹੇ ਹਾਂਗੇ, ਕਿ ਅਸੀਂ ਮਰਨ ਤਾਂ ਨਹੀਂ ਜਾ ਰਹੇ ਅਸੀਂ। ਨੋਟ ਦੋ ਦਾ ਸੋਲਜਰ ਨਿਊ, ਕਿਸੇ ਸੋਲਜਰ ਨੂੰ ਨਹੀਂ ਪਤਾ ਵੈਸੇ ਵੀ ਉਹ ਕੀ ਹੋਏਗਾ ਉਹਨਾਂ ਨਾਲ, ਕੀ ਨਹੀਂ ਹੋਏਗਾ ਉਹਨਾਂ ਨਾਲ, ਪਰ ਇੰਨੀ ਗੱਲ ਜ਼ਰੂਰ ਹੈਗੀ ਹੈ ਕਿ ਸਮਵਨ ਹੈਡ ਬਲੰਡਰਡ, ਪਰ ਇੱਕ ਗੱਲ ਜ਼ਰੂਰ ਸੀਗੀ ਕਿ ਇੱਕ ਬਹੁਤ ਵੱਡੀ ਗਲਤੀ ਹੋ ਚੁੱਕੀ ਹੈ। ਪਰ ਹੁਣ ਉਹਨਾਂ ਦੇ ਇਹਨਾਂ ਸਵਾਲਾਂ ਜਵਾਬ ਦੇਣ ਦੇ ਲਈ ਕੋਈ ਨਹੀਂ ਹੈਗਾ, ਕੋਈ ਜਵਾਬ ਨਹੀਂ ਹੈਗਾ। ਦੇਰ ਇਜ਼ ਨੋਟ ਟੂ ਰੀਜ਼ਨ ਵਾਈ, ਨਾ ਹੀ ਵੀ ਕਾਰਨ ਆ ਵੀ ਉਹ ਹੁਣ ਕਿਉਂ ਨਾ ਅੱਗੇ ਵਧਣ ਜਾਂ ਕਿਉਂ ਅੱਗੇ ਵਧਣ। ਉਹਨਾਂ ਨੂੰ ਸਿਰਫ ਇੱਕ ਆਰਡਰ ਮਿਲਿਆ ਤੇ ਉਹ ਆਰਡਰ ਉਹਨਾਂ ਨੇ ਅਪਲਾਈ ਕਰਨਾ। ਦੇਰ ਇਜ਼ ਬਟ ਟੂ ਡੂ ਐਂਡ ਆਈ, ਹੁਣ ਸਿਰਫ ਇੱਕੋ ਹੀ ਗੱਲ ਸੀ ਉਹਨਾਂ ਕੋਲੇ, ਡੂ ਐਂਡ ਆਈ, ਕਰੋ ਤੇ ਮਰੋ। into the valley of death through the 600, ਸੋ 600 ਜਾਣਾ ਉਸ ਮੌਤ ਦੀ ਖਾਈ ਦੇ ਵਿੱਚ ਅੱਗੇ ਵਧੇ। ਸੋ ਤੁਸੀਂ ਨੋਟ ਕਰੋਗੇ ਕਿ ਜਿਹੜੇ ਦੋ ਸਟੈਂਜ਼ਾ ਕੀਤੇ ਨੇ, ਦੋਨਾਂ ਸਟੈਂਜ਼ਾ ਦੇ ਲਾਸਟ ਦੇ ਵਿੱਚ ਸੇਮ ਲਾਈਨ ਨਾਲ ਉਹ ਐਂਡਿੰਗ ਹੋ ਰਿਹਾ ਹੈਗਾ, ਕਿਹੜੀ, into the valley of death through the 600। ਥਰਡ ਸਟੈਂਜ਼ਾ ਕੀ ਕਹਿ ਰਿਹਾ, cannon to right of them, cannons to left of them, cannon in front of them, volleyed and thundered। ਸੋ ਕੈਨਨ ਵੈਸੇ ਤੋਪਾਂ ਨੂੰ ਕਿਹਾ ਜਾਂਦਾ, ਤੋਪਾਂ ਨੂੰ, ਇੱਥੇ ਹਥਿਆਰ ਵੀ ਹੈ, ਤੋਪਾਂ ਵੀ ਨੇਗੇ, ਇੱਥੇ ਗਨਜ਼ ਵੀ ਨੇ। ਜਦੋਂ ਉਹ ਅੱਗੇ ਵਧ ਰਹੇ ਸੀਗੇ, ਉਹ ਲਾਈਟ ਬ੍ਰਿਗੇਡ ਅੱਗੇ ਵਧ ਰਹੇ ਸੀਗੇ, ਤਾਂ ਉਹਨਾਂ ਦੇ ਖੱਬੇ ਵੀ ਹਥਿਆਰ, ਸੱਜੇ ਵੀ ਹਥਿਆਰ, ਸਾਹਮਣੇ ਵੀ ਹਥਿਆਰ ਉਹਨਾਂ ਦੇ। ਮਤਲਬ ਕੀ ਹੈਗਾ, ਹਰ ਪਾਸੇ ਉਹਨਾਂ ਦੀ ਮੌਤ ਹੀ ਮੌਤ ਸੀ, ਹਰ ਪਾਸੇ ਉਹਨਾਂ ਦੀ। ਫਿਰ ਵੀ ਉਹ ਅੱਗੇ ਵਧ ਰਹੇ ਸੀਗੇ, ਵੋਲੀਡ ਐਂਡ ਥੰਡਰ, ਹਰ ਪਾਸੇ ਗਰਜ ਆ ਰਹੀ ਸੀਗੀ, ਬੰਬ ਫਟਣ ਦੀ, ਗੋਲੀਆਂ ਚੱਲਣ ਦੀ। ਸਟੋਮਡ ਐਟ ਵਿਦ ਸ਼ਾਟ ਐਂਡ ਸ਼ੈਲ, ਹਰ ਪਾਸੇ ਸ਼ਾਟ ਐਂਡ ਸ਼ੈਲ, ਮਤਲਬ ਸ਼ੈਲ ਇੱਥੇ ਉਸ ਬੰਬ ਨੂੰ ਕਿਹਾ ਜਾਂਦਾ ਜਿਹੜਾ ਕਿ ਤੋਪ ਦੇ ਵਿੱਚੋਂ ਨਿਕਲਦਾ ਹੈਗਾ, ਖੋਲ ਜਿਹੜਾ ਹੁੰਦਾ ਹੈਗਾ ਉਹਨੂੰ ਸ਼ੈਲ ਕਹਿੰਦੇ ਆ। ਸ਼ਾਟ ਇੱਥੇ ਬੰਦੂਕ ਦੀ ਗੱਲ ਕਰਾਂਗੇ। ਸੋ ਗੋਲੀਆਂ ਚੱਲ ਰਹੀਆਂ ਸੀ, ਸ਼ੈਲ ਡਿੱਗ ਰਹੇ ਸੀਗੇ, ਬੰਬ ਤੇ ਗੋਲੇ ਡਿੱਗ ਰਹੇ ਸੀ। ਬੋਲਡਲੀ ਦੇ ਰੋਡ ਐਂਡ ਵੈਲ ਇਨਟੂ ਦਾ ਜੌਜ਼ ਆਫ ਡੈਥ, ਸੋ ਬੋਲਡਲੀ, ਹਿੰਮਤ ਨਾਲ, ਪੂਰੀ ਹਿੰਮਤ ਦੇ ਨਾਲ ਉਹ ਅੱਗੇ ਵਧੇ ਰੋਡ ਤੇ, ਮਤਲਬ ਕਿ ਘੋੜਿਆਂ ਦੇ ਉੱਪਰ ਸੀਗੇ, ਰਾਈਡ ਕਰਕੇ ਘੋੜਿਆਂ ਦੇ ਉੱਪਰ ਵੀ ਸੀਗੇ, ਤਾਂ ਉਹ ਅੱਗੇ ਵਧੇ ਤੇ ਮੌਤ ਦੇ ਜਵਾੜਿਆਂ ਦੇ ਵਿੱਚ ਪਹੁੰਚ ਗਏ। into the mouth of hell rode the 600, ਸੋ ਹੈਲ ਦੇ ਮੂੰਹ ਦੇ ਵਿੱਚ 600 ਨੌਜਵਾਨ ਵਿੱਚ ਵੜ ਗਿਆ। ਨੈਕਸਟ ਆਂਦਾ ਹੈ ਫੋਰਥ, flashed all their sabers were, sabers were, ਬੇਅਰ ਦਾ ਮਤਲਬ ਹੁੰਦਾ ਜਿਵੇਂ ਲਹਿਰਾਉਣੀ, ਤਲਵਾਰਾਂ ਸੀ ਉਹਨਾਂ ਕੋਲੇ। ਹੁਣ ਪਤਾ ਲੱਗਾ ਜੀ ਲਾਈਟ ਬ੍ਰਿਗੇਡ ਸੀਗੇ, ਚਾਹੇ ਉਹ ਘੋੜਿਆਂ ਦੇ ਉੱਪਰ ਸੀਗੇ, ਉਹਨਾਂ ਕੋਲੇ ਇੰਨਾ ਅਸਲਾ ਨਹੀਂ ਹੈਗਾ ਸੀ, ਹਥਿਆਰ ਨਹੀਂ ਹੈਗੇ ਸੀ, ਉਹਨਾਂ ਕੋਲੇ ਸਿਰਫ ਤਲਵਾਰਾਂ ਸੀਗੀਆਂ। ਸੇਬਰਸ ਵੇਅਰ, ਤਲਵਾਰਾਂ ਨੂੰ ਲਹਿਰਾਉਣਾ। ਫਲੈਸ਼ਡ ਐਜ਼ ਦੇ ਟਰਨਡ ਇਨ ਏਅਰ, ਆਏ ਹਵਾ ਦੇ ਵਿੱਚ ਲਹਿਰਾ ਰਹੇ ਸੀਗੇ ਨੂੰ। ਸੇਵਰਿੰਗ ਦਾ ਗਨਸ ਦੇਅਰ, ਤੇ ਉਹ ਜਿਹੜੇ ਉੱਥੇ ਤੋਪ ਉਹ ਸੀਗੇ, ਬੰਦੂਕਚੀ ਸੀਗੇ, ਦੁਸ਼ਮਣ ਦੇ ਵਾਲੇ ਪਾਸੇ ਬੰਦੂਕਾਂ ਚਲਾ ਰਹੇ ਸੀ, ਉਹਨਾਂ ਨੂੰ ਆਪਣੀ ਤਲਵਾਰਾਂ ਦੇ ਨਾਲ ਇਹ ਲਾਈਟ ਬ੍ਰਿਗੇਡ ਮਾਰਨਾ ਸ਼ੁਰੂ ਕੀਤਾ ਉਹਨਾਂ ਨੇ। ਚਾਰਜਿੰਗ ਐਨ ਆਰਮੀ ਵਾਈਲ ਆਲ ਦਾ ਵਰਡ ਵੰਡਰ, ਉਹ ਕਹਿੰਦੇ ਅੱਗੇ ਵੱਧ ਰਹੀ ਸੀਗੀ ਇਹ 600 ਜਾਣੇ, ਤੇ ਸਾਰਾ ਸੰਸਾਰ ਹੱਕਾ ਬੱਕਾ ਹੋਇਆ ਪਿਆ ਸੀ ਵੀ ਕੀ ਹੋ ਗਿਆ, ਵੀ ਸਿਰਫ 600 ਸੋਲਜਰ ਤੇ ਸਾਹਮਣੇ ਇੰਨੇ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਦੁਸ਼ਮਣ, ਤੇ ਜਿਨ੍ਹਾਂ ਕੋਲ ਐਡੇ ਵੱਡੇ ਵੱਡੇ ਹਥਿਆਰ ਹੋਣ, ਤੇ ਇਹਨਾਂ ਕੋਲੇ ਸਿਰਫ ਕੀ ਨੇ, ਤਲਵਾਰਾਂ ਨੇ। ਸਾਰਾ ਪੂਰਾ ਸੰਸਾਰ ਬਹੁਤ ਹੀ ਜ਼ਿਆਦਾ ਹੈਰਾਨ ਸੀਗਾ। ਪਲੰਜ ਇਨ ਦਾ ਬੈਟਰੀ ਸਮੋਕ ਰਾਈਟ ਥਰੂ ਦਾ ਲਾਈਨ ਦੇ ਥਰੂ, ਬੈਟਰੀ ਸਮੋਕ ਧੂੰਆਂ ਹੋਇਆ ਸੀ, ਕਿਉਂਕਿ ਜਦੋਂ ਤੋਪ ਚੱਲਦੀ ਹੈਗੀ ਜਾਂ ਬੰਦੂਕ ਚੱਲਦੀ ਹੈ ਤਾਂ ਧੂੰਆਂ ਦਾ ਹੁੰਦਾ ਹੀ ਹੈਗਾ। ਸੋ ਪਲੰਜ ਮਤਲਬ ਵਿੱਚ ਵੜ ਗਈ, ਵਿੱਚ ਘੁਸਣਾ। ਸੋ ਹਰ ਧੂਏ ਦੇ ਵਿੱਚ ਦੀ ਉਹ ਲੰਘ ਕੇ ਅੱਗੇ ਗਈ, ਰਾਈਟ ਥਰੂ ਦਾ ਲਾਈਨ ਦੇ ਥਰੂ, ਜੋ ਲਾਈਨ ਬਣੀ ਹੋਈ ਸੀ ਦੁਸ਼ਮਣ ਦੀ, ਵੀ ਦੁਸ਼ਮਣ ਦਾ ਘੇਰਾ ਜਿੱਥੇ ਕੀਤਾ ਹੋਇਆ ਸੀ ਉਹਦੇ ਵਿੱਚ ਵੜ ਗਏ ਉਹ ਦੁਸ਼ਮਣ ਦੇ ਘੇਰੇ ਦੇ ਵਿੱਚ। ਕੋਸੈਕ ਐਂਡ ਰਸ਼ੀਅਨ, ਕਿਹੜੇ ਸੀ ਦੁਸ਼ਮਣ,
ਕੋਸੈਕ ਤੇ ਰਸ਼ੀਅਨ ਸੀ। ਕੋਸੈਕ ਐਂਡ ਰਸ਼ੀਅਨ ਰੀਲਡ ਫਰੋਮ ਦਾ ਸੇਬਰ ਸਟ੍ਰੋਕ ਸ਼ੈਟਰਡ ਐਂਡ ਸੰਡਰ। ਤਾਂ ਇਹਨਾਂ ਨੇ ਕੀ ਕੀਤਾ, ਲਾਈਟ ਬ੍ਰਿਗੇਡ ਨੇ, ਜੋ ਕੋਸੈਕ ਤੇ ਰਸ਼ੀਅਨ ਜੋ ਲੜ ਰਹੇ ਸੀ, ਇਹਨਾਂ ਦੇ ਵਿਰੋਧੀ ਸੀਗੇ, ਇਹਨਾਂ ਦੁਸ਼ਮਣ ਸੀਗੇ, ਉਹਨਾਂ ਨੂੰ ਇਹਨਾਂ ਨੇ ਸ਼ਟਰ ਕਰਤਾ, ਉਹਨਾਂ ਨੂੰ ਖੇਰੂ ਖੇਰੂ ਕਰਕੇ ਰੱਖ ਦਿੱਤਾ, ਸੰਡਰ ਤਬਾਹ ਕਰਕੇ ਰੱਖ ਦਿੱਤਾ। ਦੈਨ ਦੇ ਰੋਡ ਬੈਕ ਬਟ ਨॉट ਦਾ 600। ਫਿਰ ਉਹ ਜਿੱਤ ਕੇ ਆਪਣੀ ਜਿੱਤ ਦਾ ਨਿਸ਼ਾਨ ਨਾਲ ਲੈ ਕੇ ਵਾਪਸ ਆਏ, ਪਰ ਉਹ ਹੁਣ 600 ਨਹੀਂ ਸੀ। ਨੈਕਸਟ ਸਟੈਂਜ਼ਾ ਕੀ ਕਹਿ ਰਿਹਾ, ਫਿਫਥ, ਕੈਨਨ ਟੂ ਰਾਈਟ ਆਫ ਦੈਮ, ਕੈਨਨਸ ਟੂ ਲੈਫਟ ਆਫ ਦੈਮ, ਕੈਨਨ ਬਿਹਾਈਂਡ ਦੈਮ, ਬੋਲਿਡ ਐਂਡ ਥੰਡਰ। ਸੋ ਹੁਣ ਇੱਥੇ ਥੋੜ੍ਹਾ ਜਿਹਾ ਚੇਂਜ ਆ ਗਿਆ, ਪਹਿਲਾਂ ਕੈਨਨਸ ਥਰਡ ਲਾਈਨ ਦੇ ਵਿੱਚ ਕੈਨਨ ਇਨ ਫਰੰਟ ਸੀਗਾ, ਹੁਣ ਇੱਥੇ ਬਿਹਾਈਂਡ ਆ ਗਿਆ। ਸੋ ਹੁਣ ਫਿਰ ਹਥਿਆਰ ਜਿਹੜੇ ਤੋਪਾਂ ਸੀਗਾ, ਹਥਿਆਰ ਸੀ ਉਹਨਾਂ ਦੇ ਖੱਬੇ ਵੀ ਸੀ, ਸੱਜੇ ਵੀ ਸੀਗੇ, ਹੁਣ ਪਿੱਛੇ ਵੀ ਸੀ, ਤੇ ਬੋਲਿਡ ਐਂਡ ਥੰਡਰ ਗਰਜ ਪੈ ਰਹੀ ਸੀ। ਸਟੋਮਡ ਐਟ ਵਿਦ ਸ਼ਾਟ ਐਂਡ ਸ਼ੈਲ, ਹਰ ਪਾਸੇ ਜਿਹੜੀ ਹੈ ਉਹ ਬੰਬ ਦੇ ਗੋਲੇ ਡਿੱਗ ਰਹੇ ਸੀਗੇ, ਬੰਦੂਕ ਚੱਲਣ ਦੀ ਆਵਾਜ਼ ਆ ਰਹੀ ਸੀ। ਵਾਈਲ ਹਾਰਸ ਐਂਡ ਹੀਰੋ ਫੈਲ, ਬਹੁਤ ਸਾਰੇ ਜਿਹੜੇ ਲਾਈਟ ਬ੍ਰਿਗੇਡ ਸੀ, ਸੋਲਜਰ ਸੀਗੇ, ਆਪਣੇ ਘੋੜਿਆਂ ਦੇ ਨਾਲ ਹੀ ਡਿੱਗ ਗਏ। ਹੀਰੋ ਤੇ ਕੌਣ ਨੇਗੇ, ਲਾਈਟ ਬ੍ਰਿਗੇਡ ਨੂੰ ਕਿਹਾ ਹੋਇਆ ਹੈ। ਸੋ ਲੜਦੇ ਲੜਦੇ ਸ਼ਹੀਦ ਹੋ ਗਏ ਬਹੁਤ ਸਾਰੇ ਸੋਲਜਰ, ਉਹਨਾਂ ਦੇ ਘੋੜੇ ਵੀ ਨਾਲ ਹੀ ਸ਼ਹੀਦ ਹੋ ਗਏ। ਦੈਟ ਦੇ ਹੈਡ ਫੌਟ ਸੋ ਵੈਲ, ਬਹੁਤ ਸ਼ਾਨਦਾਰ ਲੜੇ ਉਹ। ਕੇਮ ਥਰੂ ਦਾ ਜੌਜ਼ ਆਫ ਡੈਥ, ਹੁਣ ਉਹ ਮੌਤ ਦੇ ਜਵਾੜਿਆਂ ਦੇ ਵਿੱਚੋਂ ਵੀ ਨਿਕਲ ਕੇ ਆ ਗਏ। ਆਲ ਦੈਟ ਵਾਜ਼ ਲੈਫਟ ਆਫ ਦੈਮ ਲੈਫਟ ਆਫ 600, ਉਹਨਾਂ ਵਿੱਚੋਂ ਜਿੰਨੇ ਜਾਣੇ ਵਾਪਸ ਆਏ, ਕਿੰਨੇ ਕੁ ਬਚੇ ਹੋਣਗੇ 600 ਦੇ ਵਿੱਚੋਂ ਸਾਨੂੰ ਨਹੀਂ ਪਤਾ, ਪਰ ਉਹ ਸਾਰੇ ਦੇ ਸਾਰੇ ਵਾਪਸ ਨਹੀਂ ਆਏ। ਨੈਕਸਟ ਸਟੈਂਜ਼ਾ ਹੈ, ਵੈਨ ਕੈਨ ਦੇਅਰ ਗਲੋਰੀ ਫੇਡ। ਹੁਣ ਸਵਾਲ ਕਰ ਰਿਹਾ ਪੋਇਟ ਕਿ ਇਹ ਚੀਜ਼ ਹੈ, ਹੋ ਸਕਦੀ ਹੈ ਵੀ ਕਦੇ ਆਪਾਂ ਇਹਨਾਂ ਦੀ ਇਸ ਕੁਰਬਾਨੀ ਨੂੰ ਭੁਲਾ ਦਈਏ। ਜੇ ਅਸੀਂ ਭੁਲਾ ਦਾਂਗੇ ਤਾਂ ਅਸੀਂ ਬਹੁਤ ਹੀ ਜ਼ਿਆਦਾ ਅਕਿਰਤਕਨ ਹੋਵਾਂਗੇ। ਅਸੀਂ ਉਹਨਾਂ ਲੋਕਾਂ ਨੂੰ ਭੁਲਾ ਦਾਂਗੇ ਜਿਹੜਾ ਕਿ ਸਾਡੇ ਲਈ ਆਪਣੀ ਜਾਨ ਵਾਰ ਗਿਆ, ਤੇ ਸਾਡੇ ਤੋਂ ਵੱਡਾ ਦੁਸ਼ਮਣ ਇਸ ਦੇਸ਼ ਦਾ ਕੋਈ ਨਹੀਂ ਹੋਊਗਾ। ਸੋ ਇਸ ਸਟੈਂਜ਼ਾ ਦੇ ਵਿੱਚ ਬੜਾ ਹੀ ਉਹਨਾਂ ਨੇ ਵਧੀਆ ਕੁਐਸਚਨ ਪੁੱਟ ਕੀਤਾ ਹੈਗਾ ਕਿ ਕਦੇ ਉਹਨਾਂ ਦੀ ਗਲੋਰੀ ਫੇਡ ਹੋਊਗੀ, ਖਤਮ ਹੋਏਗੀ? ਨਹੀਂ। ਇਹ ਕਹਿੰਦਾ ਵੀ ਉਹਨਾਂ ਦੀ ਜਿਹੜੀ ਗਲੋਰੀ ਹੈ, ਉਹਨਾਂ ਦੀ ਸ਼ਾਨ ਹੈ, ਜਿਹੜਾ ਉਹਨਾਂ ਦਾ ਸ਼ਾਨਦਾਰ ਉਹਨਾਂ ਨੇ ਕਾਰਨਾਮਾ ਕੀਤਾ ਹੈਗਾ, ਉਹ ਕਹਿੰਦੇ ਕਦੇ ਵੀ ਭੁੱਲਿਆ ਨਹੀਂ ਜਾਊਗਾ। ਬ੍ਰਿਟਿਸ਼ਰਸ ਕਦੇ ਵੀ ਨਹੀਂ ਭੁੱਲੂਗਾ ਇੱਥੇ। ਤੇ ਨਾਲ ਨਾਲ ਇਸ ਤੋਂ ਬਾਅਦ ਨੈਕਸਟ ਲਾਈਨ ਦੇ ਵਿੱਚ ਕੀ ਆ, ਉਹਦਾ ਵਾਈਲਡ ਚਾਰਜ ਦੇ ਮੇਲ, ਕਿੰਨਾ ਜ਼ਿਆਦਾ ਵਾਈਲਡ ਚਾਰਜ, ਕਿੱਡੀ ਵੱਡੀ ਵਾਈਲਡ ਚਾਰਜ ਦਾ ਮਤਲਬ ਇੱਥੇ ਕੀ ਹੈ, ਕਿੱਡਾ ਵੱਡਾ ਕੰਮ ਕੀਤਾ ਸੀ ਉਹਨਾਂ ਨੇ, ਕਿੱਡੀ ਬਹਾਦਰੀ ਵਾਲਾ ਕੰਮ ਕੀਤਾ ਸੀ। ਤੇ ਐਡੀ ਵੱਡੀ ਬਹਾਦਰੀ ਦੇ ਉੱਪਰ ਆਲ ਦਾ ਵਰਲਡ ਵੰਡਰ, ਪੂਰਾ ਦਾ ਪੂਰਾ ਸੰਸਾਰ ਵੰਡਰ ਹੋ ਗਿਆ ਸੀਗਾ, ਅਚੰਭਿਤ ਹੋ ਗਿਆ ਸੀਗਾ। ਆਨਰ ਦਾ ਚਾਰਜ ਦੇ ਮੇਡ, ਬਾਕੀ ਜਿਹੜਾ ਕੁਝ ਉਹਨਾਂ ਨੇ ਕੀਤਾ ਹੈਗਾ ਉਹਦੇ ਲਈ ਅੱਜ ਉਹਨਾਂ ਦਾ ਆਨਰ ਕਰਨਾ ਬਣਦਾ ਹੈਗਾ। ਆਨਰ ਦਾ ਲਾਈਟ ਬ੍ਰਿਗੇਡ ਨੋਬਲ 600। ਆਓ ਆਪਾਂ ਹੁਣ ਉਹਨਾਂ 600 ਨੌਜਵਾਨਾਂ ਨੂੰ ਆਨਰ ਕਰੀਏ, ਉਹਨਾਂ ਦੇ ਸਤਿਕਾਰ ਦੇ ਵਿੱਚ ਕੁਝ ਸੋਚੀਏ, ਉਹਦੇ ਮਨ ਦੇ ਵਿੱਚ ਉਹਨਾਂ ਨੂੰ ਇੱਜ਼ਤ ਦਈਏ ਉਹਨਾਂ ਨੂੰ, ਕਿਉਂਕਿ ਇਹ ਹੈ ਜੋ ਅਸੀਂ ਕੁਝ ਕਰ ਸਕਦੇ ਹਾਂ ਉਹਨਾਂ ਦੇ ਲਈ। ਸੋ ਇਹ ਪੋਇਮ ਦੀ ਐਕਸਪਲੇਨੇਸ਼ਨ ਸੀਗੀ। ਇਹਨਾਂ ਐਕਸਪਲੇਨੇਸ਼ਨ ਦੇ ਨਾਲ ਰਿਲੇਟਡ ਤੁਹਾਨੂੰ ਕੁਝ ਕੁਐਸਚਨ ਤੁਹਾਨੂੰ ਸਕਰੀਨ ਦੇ ਉੱਪਰ ਵਿਖ ਰਹੇ ਨੇਗੇ, ਅਤੇ ਮੈਨੂੰ ਉਮੀਦ ਹੈਗੀ ਤੁਹਾਨੂੰ ਇਹ ਈਜ਼ੀਲੀ ਸਮਝ ਆ ਗਈ ਹੋਣੀ ਹੈ ਪੋਇਮ, ਅਤੇ ਜਿਹੜੇ ਕੁਐਸਚਨ ਨੇ ਈਜ਼ੀਲੀ ਤੁਸੀਂ ਮੈਨੂੰ ਦੱਸ ਸਕੋਗੇ। ਸੋ ਫਸਟ ਕੁਐਸਚਨ ਤੋਂ ਲੈ ਕੇ 5th ਕੁਐਸਚਨ ਤੱਕ ਤੁਹਾਡੇ ਸਾਹਮਣੇ ਇਹ ਤੁਹਾਨੂੰ ਵਿਖ ਰਹੇ ਨੇਗੇ, ਅਤੇ ਮੈਨੂੰ ਉਮੀਦ ਹੈ ਤੁਸੀਂ ਇਹਨਾਂ ਦੇ ਆਨਸਰ ਜਲਦੀ ਹੀ ਮੈਂ ਲਿਖ ਦਊਂਗਾ। ਫਿਰ ਵੀ ਜੇ ਤੁਹਾਨੂੰ ਕਿਸੇ ਕੁਐਸਚਨ ਨਾਲ ਰਿਲੇਟਡ ਕੋਈ ਪ੍ਰੋਬਲਮ ਹੈ, ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਮੇਰੇ ਨਾਲ ਡਿਸਕਸ ਕਰ ਸਕਦੇ, ਮੇਰੇ ਤੋਂ ਪੁੱਛ ਸਕਦੇ। ਆਲ ਦਾ ਵੈਰੀ ਵੈਰੀ ਬੈਸਟ।